ਸਤਿ ਸ਼੍ਰੀ ਅਕਾਲ ਦੋਸਤੋ। ਇਗਨਾਈਟਿਡ ਮਾਈਂਡ ਇੰਸਟੀਚਿਊਟ ਤੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਵੀਡੀਓ ਤੋਂ ਪਹਿਲਾਂ ਵੀ ਆਪਾਂ ਇੱਕ ਵੀਡੀਓ ਬਣਾ ਚੁੱਕੇ ਹਾਂ ਜਿਸ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਸਟੇਟ, ਗਵਰਨਮੈਂਟ ਐਂਡ ਪੋਲਿਟੀ। ਇਹਨਾਂ ਦੇ ਪ੍ਰੋਪਰ ਮੀਨਿੰਗਸ ਆਪਾਂ ਡਿਸਕਸ ਕੀਤੇ ਸੀ ਔਰ ਇਹਨਾਂ ਦੇ ਜਿਹੜੇ ਅੱਗੇ ਫਰਦਰ ਵਿਆਖਿਆ ਕੀਤੀ ਸੀਗੀ। ਮੈਨੂੰ ਉਮੀਦ ਹੈ ਕਿ ਤੁਸੀਂ ਉਹ ਵੀਡੀਓ ਵੇਖ ਲਈ ਹੋਵੇਗੀ ਔਰ ਜੇ ਨਹੀਂ ਦੇਖੀ ਤਾਂ ਉਹਦਾ ਲਿੰਕ ਹੈ ਜਿਹੜਾ ਇਹਦੀ ਸਬਸਕ੍ਰਿਪਸ਼ਨ 'ਚ ਮੈਂ ਪਾ ਦੂੰਗਾ, ਤੁਸੀਂ ਉਹਨੂੰ ਜ਼ਰੂਰ ਦੇਖਣਾ। ਔਰ ਇੱਕ ਮੇਰੀ ਬੇਨਤੀ ਇਹ ਹੈ ਵਿਊਵਰਸ ਨੂੰ ਕਿ ਜਦੋਂ ਤੁਸੀਂ ਮੇਰਾ ਲੈਕਚਰ ਕੋਈ ਵੀ ਵੀਡੀਓ ਦੇਖੋ ਤਾਂ ਕਨਸੈਪਟ ਪਲੱਸ ਫੈਕਟ ਇਹ ਦੋਨੋਂ ਚੀਜ਼ਾਂ ਮੈਂ ਇਹਨਾਂ ਦੇ ਵਿੱਚ ਐਡ ਕੀਤੀਆਂ ਨੇ ਔਰ ਜਿੰਨੇ ਵੀ ਪੁਰਾਣੇ ਪੇਪਰ ਹੈਗੇ ਨੇ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਕਿ ਜਿਹੜਾ ਹੈਗਾ ਪੇਪਰ ਸੈਟਰ ਉਹ ਕਿੱਥੋਂ ਕੁਐਸਚਨ ਪੁੱਛਣ ਦੀ ਕੋਸ਼ਿਸ਼ ਕਰਦਾ ਰਿਹਾ ਔਰ ਆਉਣ ਵਾਲੇ ਸਮੇਂ 'ਚ ਕਿੱਥੋਂ ਕੁਐਸਚਨ ਪੁੱਟ ਕਰਨ ਦੀ ਸੰਭਾਵਨਾ ਹੈਗੀ ਆ, ਤਾਂ ਫਿਊਚਰ ਦੇ ਵਿੱਚ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਗੈਸ ਪੇਪਰਸ ਵੀ ਇਹ ਤੁਸੀਂ ਮੰਨ ਸਕਦੇ ਹੋ। ਤਾਂ ਆਪਣੇ ਕੋਲ ਕਾਪੀ ਪੈਨ ਜ਼ਰੂਰ ਰੱਖੋ ਜਾਂ ਤੁਸੀਂ ਇੱਕ ਨਵੀਂ ਲਾ ਲਓ। ਤੁਸੀਂ ਉਹਦੇ ਵਿੱਚ ਨੋਟ ਕਰਨੇ ਹੈਗੇ ਆ ਮੇਨ ਪੁਆਇੰਟ, ਚਾਹੇ ਤੁਸੀਂ ਵੀਡੀਓ ਨੂੰ ਰੋਕੋ ਚਾਹੇ ਵੀਡੀਓ ਨੂੰ ਸਲੋ ਕਰੋ, ਜਿਵੇਂ ਮਰਜ਼ੀ। ਵੈਸੇ ਆ ਜਿਹੜਾ ਐਪ ਹੈਗਾ ਇਹਦੇ ਉੱਪਰ ਵੀਡੀਓ ਬਣ ਰਹੀ ਹੈ ਤਾਂ ਇਹਦੇ 'ਚ ਛੋਟੀ ਜੀ ਪ੍ਰੋਬਲਮ ਇੱਕ ਇਹ ਹੈ ਕਿ ਮੈਂ ਚਾਹੇ ਕਿੰਨਾ ਵੀ ਤੇਜ਼ ਬੋਲਾਂ ਇਹਦੇ 'ਚ ਜਿਹੜੀ ਹੈਗੀ ਹੈ ਤੁਹਾਡੇ ਕੋਲ ਆਵਾਜ਼ ਸਲੋ ਆਉਂਦੀ ਹੈ। ਤਾਂ ਜੇ ਤੁਸੀਂ ਪ੍ਰੋਪਰ ਵਧੀਆ ਤਰੀਕੇ ਨਾਲ ਸੁਣਨਾ ਤਾਂ ਇਹਦੀ ਜਿਹੜੀ ਸਪੀਡ ਹੈ 1.25 ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ, ਮਤਲਬ ਇਹਦੀ ਸਪੀਡ ਥੋੜ੍ਹੀ ਜਿਹੀ ਤੇਜ਼ ਕਰ ਸਕਦੇ ਹੋ, ਫਿਰ ਤੁਹਾਨੂੰ ਬਹੁਤ ਵਧੀਆ ਬੜੇ ਜਿਹੜਾ ਹੈਗਾ ਮਜ਼ੇ ਨਾਲ ਤੁਸੀਂ ਸੁਣ ਸਕਦੇ ਹੋ। ਅੱਜ ਦਾ ਜਿਹੜਾ ਟੌਪਿਕ ਹੈ ਉਹ ਆਪਣਾ ਹੈਗਾ ਕੌਨਸਟੀਟਿਊਸ਼ਨ 'ਤੇ। ਕੌਨਸਟੀਟਿਊਸ਼ਨ ਕੀ ਹੁੰਦਾ ਹੈ? ਕੌਨਸਟੀਟਿਊਸ਼ਨ ਕੀ ਹੁੰਦਾ ਹੈ? ਆਪਾਂ ਕੌਨਸਟੀਟਿਊਸ਼ਨ ਦੀ ਪਹਿਲਾਂ ਪਰਿਭਾਸ਼ਾ ਦੇਖਦੇ ਹਾਂ ਜਾਂ ਮੀਨਿੰਗ ਦੇਖਦੇ ਹਾਂ ਸਭ ਤੋਂ ਪਹਿਲਾਂ ਵੀ ਕੌਨਸਟੀਟਿਊਸ਼ਨ ਦਾ ਮੀਨਿੰਗ ਕੀ ਹੈ। ਤਾਂ ਉਸ ਤੋਂ ਬਾਅਦ 'ਚ ਅੱਗੇ ਆਪਾਂ ਹਿਸਟਰੀ 'ਚ ਵੀ ਚੱਲਾਂਗੇ। ਇਹ ਇੰਡੀਅਨ ਪੋਲਿਟੀ ਦਾ ਜਿਹੜਾ ਹੈਗਾ ਬਹੁਤ ਮਹੱਤਵਪੂਰਨ ਪਾਰਟ ਹੈਗਾ। ਹਾਂ, ਕੌਨਸਟੀਟਿਊਸ਼ਨ ਆਫ ਇੰਡੀਆ ਜਸਟ ਆਪਾਂ ਜਿਹੜੀ ਕਰ ਰਹੇ ਹਾਂ ਇੰਟਰੋਡਕਸ਼ਨ ਕਰ ਰਹੇ ਹਾਂ, ਕਿਉਂਕਿ ਕੌਨਸਟੀਟਿਊਸ਼ਨ ਆਫ ਇੰਡੀਆ ਨੂੰ ਪੜ੍ਹਾਉਣਾ ਉਹ ਐਡਾ ਸੌਖਾ ਕੰਮ ਨਹੀਂ ਹੈ। ਬਹੁਤ ਸਾਰੇ ਵਿਦਵਾਨਾਂ ਨੇ ਕਿਉਂਕਿ ਇਹਦੇ 'ਚ ਲੀਗਲ ਜਿਹੜੇ ਹੈਗੇ ਨੇ ਇਸ਼ੂਜ਼ ਹੁੰਦੇ ਨੇ, ਜਰਨਲਾਈਜ਼ ਨਹੀਂ ਕੀਤਾ ਜਾ ਸਕਦਾ ਇਹਨੂੰ, ਟਰਮ ਬਾਏ ਟਰਮ ਸਟੈਪ ਬਾਏ ਸਟੈਪ। ਔਰ ਜਿਹੜੇ ਪ੍ਰੋਪਰ ਆਰਟੀਕਲਸ ਨੇ ਅੱਗੇ ਉਹਨਾਂ ਦੇ ਧਾਰਾਵਾਂ ਨੇ ਉਹਨਾਂ ਦੇ ਅਨੁਸਾਰ ਆਪਾਂ ਇਹਨਾਂ ਨੂੰ ਪੜ੍ਹਨਾ ਹੁੰਦਾ ਜਾਂ ਸਮਝਣਾ ਹੁੰਦਾ ਜਾਂ ਸਮਝਾਉਣਾ ਹੁੰਦਾ। ਤਾਂ ਇੱਕ ਮੋਟਾ ਜਿਹੜਾ ਓਵਰਵਿਊ ਹੈ ਜਿਹੜੇ ਕਿ ETT, ਮਾਸਟਰ ਕੈਡਰ, ਕਲੈਰੀਕਲ ਪੋਸਟਾਂ, ਈਵਨ ਕਿ PPSC ਦੀਆਂ ਪੋਸਟਾਂ ਜਾਂ ਜਿੰਨੀਆਂ ਵੀ ਪੋਸਟਾਂ ਆਉਂਦੀਆਂ, IAS ਦੇ ਸਵਾਲ ਵੀ ਇਹਦੇ 'ਚ ਆ ਜਾਂਦੇ ਆ ਕਾਫੀ ਵਾਰ। ਤਾਂ ਉਹ ਸਾਰੇ ਸਵਾਲ ਮੈਂ ਪਹਿਲਾਂ ਪੜ੍ਹੇ ਆ, ਉਹਨਾਂ ਦੇ ਆਨਸਰਸ ਪੁਰਾਣੀ ਸਟੱਡੀ ਪਲੱਸ ਮੇਰਾ ਜਿਹੜਾ ਸਬਜੈਕਟ ਮੈਟਰ ਮੈਂ ਪੜ੍ਹਿਆ, ਨੋਟਸ ਬਣਾਏ, ਉਹਨਾਂ ਦਾ ਥੋੜ੍ਹਾ ਜਿਹਾ ਕਨਕਲੂਜਨ ਹੈ ਉਹ ਇਹਦੇ 'ਚ ਮੈਂ ਐਡ ਕਰ ਰਿਹਾ। ਤਾਂ ਸਭ ਤੋਂ ਪਹਿਲਾਂ ਜੇ ਆਪਾਂ ਸਿੰਪਲ ਭਾਸ਼ਾ 'ਚ ਮੀਨਿੰਗ ਦੇਖੀਏ ਤਾਂ ਕੀ ਹੈ ਕਿ ਸੰਵਿਧਾਨ ਕਿਸੇ ਵੀ ਦੇਸ਼, ਸੰਗਠਨ ਜਾਂ ਸਿਸਟਮ ਨੂੰ ਚਲਾਉਣ ਲਈ ਬਣਾਏ ਗਏ ਨਿਯਮਾਂ ਦਾ ਸਮੂਹ ਹੈ। ਚਾਹੇ ਕੋਈ ਦੇਸ਼ ਦੀ ਸਰਕਾਰ ਚਲਾਉਣੀ ਹੈ, ਚਾਹੇ ਕੋਈ ਆਰਗੇਨਾਈਜੇਸ਼ਨ ਬਣਿਆ ਹੋਇਆ, ਜਿਵੇਂ ਆਪਾਂ ਦੇਖਦੇ ਹਾਂ ਕਿ ਕੋਈ ਵੀ NGO ਬਣਦੀ ਹੈ ਜਾਂ ਕੋਈ ਵੀ ਸੰਸਥਾ ਬਣਦੀ ਹੈ, ਸਮਾਜ ਭਲਾਈ ਵਾਲੀ ਹੋਵੇ ਜਾਂ ਕੋਈ ਵੀ ਹੋ, ਉਹਦਾ ਨਾ ਇੱਕ ਕੌਨਸਟੀਟਿਊਸ਼ਨ ਬਣਾਉਣਾ ਪੈਂਦਾ ਹੈ। ਉਹਦੇ 'ਚ ਲਿਖਣਾ ਪੈਂਦਾ ਵੀ ਇਹਦੇ ਕੀ ਰੂਲ ਐਂਡ ਰੈਗੂਲੇਸ਼ਨ ਹੋਣਗੇ, ਕੌਣ ਇਹਦੇ ਮੈਂਬਰ ਹੋਣਗੇ, ਕੌਣ ਇਹਦੇ ਚੇਅਰਮੈਨ ਹੋਣਗੇ, ਕਿਵੇਂ ਬਜਟ ਇਹਦਾ ਪਾਸ ਹੋਊਗਾ, ਕਿਵੇਂ ਬਜਟ ਸੈਂਕਸ਼ਨ ਹੋਊਗਾ, ਕੌਣ ਇਹਦਾ ਕੈਸ਼ੀਅਰ ਹੋਊਗਾ, ਕਿਵੇਂ ਕੈਸ਼ੀਅਰ ਜਿਹੜਾ ਹੈਗਾ ਬਜਟ ਸੈਂਕਸ਼ਨ ਹੋਏ ਬਜਟ ਨੂੰ ਜਿਹੜਾ ਹੈਗਾ ਵਿਦਡਰਾਅ ਕਰਕੇ ਖਰਚ ਕਰ ਸਕਦਾ ਹੈ। ਔਰ ਜੇ ਉਹਨਾਂ ਦਾ ਝਗੜਾ ਹੋ ਜਾਂਦਾ ਤਾਂ ਉਹਨਾਂ ਦੇ ਜਿਹੜੇ ਹੈਗੇ ਆ ਫੈਸਲੇ ਕਿਸ ਤਰ੍ਹਾਂ ਦੇ ਆਧਾਰ 'ਤੇ ਹੋਣਗੇ। ਹਰੇਕ ਸੰਸਥਾ ਦਾ, ਹਰੇਕ ਸੰਗਠਨ ਦਾ, ਹਰੇਕ ਦੇਸ਼ ਦਾ, ਹਰੇਕ ਸਿਸਟਮ ਦਾ ਜਿਹੜਾ ਹੈਗਾ ਇਹ ਕੌਨਸਟੀਟਿਊਸ਼ਨ ਹੁੰਦਾ ਹੈ। ਮਤਲਬ ਉਸ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਾਸਤੇ ਜਿਹੜੇ ਬਣਾਏ ਗਏ ਨਿਯਮ ਨੇ, ਨਿਯਮਾਂ ਦਾ ਸਮੂਹ ਹੈ ਜਿਹੜਾ, ਉਹਨੂੰ ਆਪਾਂ ਕੌਨਸਟੀਟਿਊਸ਼ਨ ਕਹਿੰਦੇ ਹਾਂ। ਹੁਣ ਆਪਾਂ ਇਹ ਸਿੰਪਲ ਭਾਸ਼ਾ 'ਚ ਪੜ੍ਹਿਆ, ਉਸ ਤੋਂ ਅੱਗੇ ਕਿਉਂਕਿ ਆਪਾਂ ਇੰਡੀਆ ਦੇ ਕੰਟੈਸਟ 'ਚ ਪੜ੍ਹਨਾ, ਆਪਣੇ ਸਿਲੇਬਸ ਦੇ ਵਿੱਚ ਕੌਨਸਟੀਟਿਊਸ਼ਨ ਨਾਲ ਰਿਲੇਟਡ ਹੈ ਜਿਹੜੇ
ਸਵਾਲ ਉਹ ਹਰੇਕ ਹੀ ਪੇਪਰ ਦੇ ਵਿੱਚ ਆਉਂਦੇ ਆ। ਉਹ ਮੈਂ ਪਿੱਛੇ ਵੀ ਕੱਲ੍ਹ ਮੈਂ ਦੇਖ ਰਿਹਾ ਸੀਗਾ, ਪੰਜਾਬ ਪਟਵਾਰੀ ਦਾ ਪੇਪਰ ਜਿਹੜਾ ਹੋਇਆ, ਇੱਕ ਦੋ ਪੇਪਰ ਹੋਰ ਵੀ ਹੋਏ ਆ, ਉਹ ਮੈਂ ਦੇਖੇ ਤਾਂ ਉਹਨਾਂ ਨੇ ਕੌਂਸਟੀਟਿਊਸ਼ਨ 'ਚੋਂ ਥੋੜ੍ਹੇ ਜਿਹੇ ਡੂੰਘਾਈ 'ਚ ਪੁੱਛੇ ਨੇ, ਥੋੜ੍ਹੇ ਜਿਹੇ ਘੁਮਾ ਫਿਰਾ ਕੇ ਕੁਐਸਚਨ ਪੁੱਛੇ ਨੇ, ਤਾਂ ਆਪਾਂ ਉਹਦੇ ਬਾਰੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਇਤਿਹਾਸ ਕੀ ਹੈ ਕੌਂਸਟੀਟਿਊਸ਼ਨ ਦਾ, ਹਿਸਟਰੀ ਆਫ। ਪਹਿਲਾਂ ਤਾਂ ਜਿਹੜੀ ਕੌਂਸਟੀਟਿਊਸ਼ਨਲ ਇਹਨੂੰ ਸਹੀ ਕਰ ਲੈਣਾ ਤੁਸੀਂ, ਕੌਂਸਟੀਟਿਊਸ਼ਨਲ ਹਿਸਟਰੀ ਆਫ ਇੰਡੀਆ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਹੋਰ ਪਿੱਛੇ ਜਾਵਾਂਗੇ ਔਰ ਇਹ ਦੇਖਾਂਗੇ ਕਿ ਕੌਂਸਟੀਟਿਊਸ਼ਨ ਹੈ ਜਿਹੜਾ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਔਰ ਕੀ ਚੀਜ਼ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਕੌਂਸਟੀਟਿਊਸ਼ਨ ਹੈ, ਸੈੱਟ ਆਫ ਹਾਇਰ ਆਰਡਰਸ ਲੀਗਲ ਪ੍ਰਿੰਸੀਪਲ ਨੋਰਮਸ, ਕਿ ਉਹਨਾਂ ਜਿਹੜਾ ਹੈਗਾ ਆਦੇਸ਼ਾਂ ਦਾ ਸਮੂਹ ਹੈ ਜਾਂ ਕਾਨੂੰਨਾਂ ਦਾ ਸਮੂਹ ਹੈ ਜਾਂ ਪ੍ਰਿੰਸੀਪਲ ਆਪਾਂ ਕਹਿੰਦੇ ਅਸੂਲਾਂ ਦਾ ਸਮੂਹ ਹੈ। ਨੋਰਮਸ ਮਤਲਬ ਉਹ ਕੁਛ ਅਸੂਲ ਬਣਾਏ ਹੋਏ ਹੁੰਦੇ ਹੈ ਕਿਸੇ ਦੇਸ਼ ਨੂੰ ਚਲਾਉਣ ਵਾਸਤੇ। ਉਹ ਅੱਗੇ ਆਪਾਂ ਗੱਲ ਕਰਦੇ ਹਾਂ, ਉਹ ਲਿਖਤੀ ਵੀ ਹੋ ਸਕਦੇ ਆ, ਅਲਿਖਤੀ ਵੀ ਹੋ ਸਕਦੇ ਆ। ਸੰਵਿਧਾਨ ਜਿਹੜਾ ਹੈ ਦੋ ਤਰ੍ਹਾਂ ਦਾ ਹੈ ਇਹਦੇ ਡਿਵੈਲਪਮੈਂਟ ਦੇ ਪੱਖੋਂ। ਪਹਿਲਾ ਤਾਂ ਹੈਗਾ ਡਿਵੈਲਪਡ, ਜਿਹਦਾ ਵਿਕਾਸ ਹੋਇਆ ਹੈ, ਉਹਨੂੰ ਆਪਾਂ ਅਨਰਿਟਨ ਵੀ ਕਹਿੰਦੇ ਹਾਂ। ਇੱਕ ਤਾਂ ਅਨਰਿਟਨ ਹੋ ਗਿਆ, ਅਨਰਿਟਨ, ਇਹਨੂੰ ਆਪਾਂ ਡਿਵੈਲਪਡ ਵੀ ਕਹਿੰਦੇ ਹਾਂ। ਜਿਹਦਾ ਵਿਕਾਸ ਹੋਇਆ ਹੋਵੇ ਹੌਲੀ ਹੌਲੀ, ਹਿਸਟਰੀਕਲ ਡਿਵੈਲਪਮੈਂਟ, ਜਿਹਦੇ 'ਚ ਰੀਤੀ ਰਿਵਾਜ ਆ ਜਾਂਦੇ, ਆਪਣੇ ਪਰੰਪਰਾਵਾਂ ਆ ਜਾਂਦੀਆਂ, ਪ੍ਰਥਾਵਾਂ ਆ ਜਾਂਦੀਆਂ, ਵੱਖ-ਵੱਖ ਸਮੇਂ 'ਤੇ ਬਣੇ ਐਕਟ ਕੰਮ ਆਉਂਦੇ ਨੇ, ਜਾਂ ਅਦਾਲਤਾਂ ਦੇ ਫੈਸਲੇ ਜਿਹੜੇ ਹੈਗੇ ਆ, ਜਿਵੇਂ ਕਿ ਆਪਣੇ ਸੁਪਰੀਮ ਕੋਰਟ ਦੇ ਜਾਂ ਹਾਈ ਕੋਰਟ ਦੇ ਜਿਹੜੇ ਆਰਡਰਸ ਹੁੰਦੇ ਨੇ, ਉਹ ਇੱਕ ਕਾਨੂੰਨ ਦੇ ਬਰਾਬਰ ਦੀ ਸ਼ਕਤੀ ਰੱਖਦੇ ਨੇ। ਉਹ ਐਜ਼ ਇਟ ਇਜ਼ ਉਹਨਾਂ ਸਰਕਾਰ ਨੂੰ ਫੋਲੋ ਕਰਨੇ ਪੈਂਦੇ ਆ। ਜਾਂ ਕੋਈ ਚਾਰਟਰ ਬਣਦਾ ਹੈ, ਫਾਰ ਐਗਜ਼ਾਮਪਲ ਜਿਵੇਂ 1215 ਦਾ ਜਿਹੜਾ ਚਾਰਟਰ ਐਕਟ ਹੈ, ਜਿਹਨੂੰ ਮੈਗਨਾ ਕਾਰਟਾ ਵੀ ਕਹਿੰਦੇ ਆ, ਇਹਦਾ ਵੀ ਇੱਕ ਕੁਐਸਚਨ ਜਿਹੜਾ ਪੰਜਾਬ ਦੇ ਮੈਰੀਟੋਰੀਅਸ ਸਕੂਲ ਦੀ ਭਰਤੀ ਸੀਗੀ, ਉਹਦੇ 'ਚ ਇਹ ਆ ਚੁੱਕਿਆ। ਉਹਨਾਂ ਨੇ ਇਹਦਾ ਮਹੀਨਾ ਪੁੱਛਿਆ ਸੀ, ਕਿਹੜੇ ਮਹੀਨੇ 'ਚ ਇਹ ਜਿਹੜਾ ਹੈਗਾ ਚਾਰਟਰ ਐਕਟ ਪਾਸ ਹੋਇਆ ਸੀਗਾ। ਉਹ ਆਪਾਂ ਕਰਦੇ ਹਾਂ ਡਿਸਕਸ਼ਨ। ਔਰ ਜਿਹੜਾ ਇਹਦਾ ਦੂਜਾ ਪੱਖ ਇਹਦਾ ਹੈਗਾ ਰਿਟਨ ਕੌਂਸਟੀਟਿਊਸ਼ਨ। ਰਿਟਨ ਇਹ ਮੌਕੇ 'ਤੇ ਤਿਆਰ ਕੀਤਾ ਹੁੰਦਾ ਹੈ, ਕਿਉਂਕਿ ਆਪਾਂ ਦੇਖਦੇ ਹਾਂ ਜਦੋਂ ਅਮਰੀਕਾ ਆਜ਼ਾਦ ਹੋਇਆ ਤਾਂ ਫਿਲਾਡੈਲਫੀਆ ਸੰਮੇਲਨ ਬੁਲਾਇਆ ਗਿਆ 1787 ਦੇ ਵਿੱਚ। ਉਹ ਇਸੇ ਪਰਪਸ ਨਾਲ ਬਣਾਇਆ ਸੀ ਕਿ ਚਲੋ ਆਪਾਂ ਆਜ਼ਾਦੀ ਤਾਂ ਲੈ ਲਈ ਹੈ, ਪਰ ਹੁਣ ਆਪਾਂ ਜਿਹੜਾ ਦੇਸ਼ ਹੈ ਉਹਨੂੰ ਚਲਾਉਣਾ ਕਿਵੇਂ ਹੈ, ਉਹਦੇ ਵਾਸਤੇ ਨਿਯਮ ਬਣਾਉਣੇ ਨੇ, ਤਾਂ ਉਹ ਕਿਵੇਂ ਬਣਾਏ ਜਾਣ। ਉਸ ਵਾਸਤੇ ਫਿਲਾਡੈਲਫੀਆ ਜਿਹੜਾ ਹੈਗਾ ਸੰਮੇਲਨ ਹੋਇਆ। ਉਹਦੇ ਵਿੱਚ ਚੰਗੇ ਵਿਦਵਾਨ ਜਿਹੜੇ ਕਿ ਉੱਥੋਂ ਦੇ ਸੁਤੰਤਰਤਾ ਸੈਨਾਨੀ ਸੀਗੇ, ਜੇਮਸ ਮੈਡੀਸਨ ਹੋ ਗਏ ਜਾਂ ਹੋਰ ਵੀ ਹੋ ਗਏ, ਉਹਨਾਂ ਦੀ ਇੱਕ ਜਿਹੜੀ ਹੈਗੀ ਕਮੇਟੀਆਂ ਬਣਾ ਕੇ ਉਹਨਾਂ ਨੇ ਸੰਵਿਧਾਨ ਦਾ ਜਿਹੜਾ ਨਿਰਮਾਣ ਕੀਤਾ। ਫਿਰ ਜਿਹੜੀ ਹੈਗੀ ਹੈ ਫਰਾਂਸ ਦੇ ਵਿੱਚ ਕ੍ਰਾਂਤੀ ਹੋਈ, ਉਹਨਾਂ ਨੇ ਵੀ ਇਸੇ ਤਰ੍ਹਾਂ ਜਿਹੜਾ ਹੈਗਾ ਸੰਵਿਧਾਨ ਬਣਾਇਆ। ਹਾਲਾਂਕਿ ਸੰਵਿਧਾਨ ਉਹ 5 ਵਾਰ ਬਦਲਿਆ ਜਾ ਚੁੱਕਾ ਹੈ, ਕਿਉਂਕਿ ਉਹ ਉੱਥੋਂ ਦੇ ਲੋਕ ਕਾਹਲੇ ਬਹੁਤ ਹੈ, ਜਲਦੀ ਨਾਲ ਫੈਸਲੇ ਲੈ ਕੇ ਜਲਦੀ ਉਹ ਬਣਾ ਲੈਂਦੇ ਹੈ। ਔਰ ਉਸ ਤੋਂ ਬਾਅਦ 'ਚ ਪ੍ਰੋਬਲਮ ਇਹ ਆਉਂਦੀ ਹੈ ਕਿ ਉਹਨਾਂ ਨੂੰ ਫਿਰ ਉਹ ਸੰਵਿਧਾਨ ਹੈ ਜਿਹੜਾ ਬਦਲਣਾ ਪੈਂਦਾ ਹੈਗਾ। ਫਿਰ ਆਪਾਂ ਸਭ ਤੋਂ ਵੱਡੀ ਐਗਜ਼ਾਮਪਲ ਜਿਹੜੀ ਆਪਣੀ ਸਿਲੇਬਸ ਦਾ ਮੇਨ ਪਾਰਟ ਹੈ, ਇੰਡੀਆ ਦੀ ਗੱਲ ਕਰੀਏ। ਇੰਡੀਆ ਦਾ ਜਿਹੜਾ ਆਪਾਂ ਸੰਵਿਧਾਨ ਹੈ ਉਹ ਰਿਟਨ ਹੈ, ਬਟ ਐਜ਼ ਵੈਲ ਐਜ਼ ਇਹਦਾ ਡਿਵੈਲਪਮੈਂਟ ਵੀ ਹੋਈ ਹੈ, ਕਿਉਂਕਿ ਇੰਡੀਆ ਦਾ ਜਿਹੜਾ ਸੰਵਿਧਾਨ ਹੈ ਉਹ ਬਹੁਤ ਪਹਿਲਾਂ ਤੋਂ ਬਣਨਾ ਸ਼ੁਰੂ ਹੋ ਗਿਆ ਸੀ। ਜੇ ਆਪਾਂ ਮਾਡਰਨ ਏਰਾ ਦੇ ਵਿੱਚ ਦੇਖੀਏ ਤਾਂ 1773 ਦੇ ਰੈਗੂਲੇਟਿੰਗ ਐਕਟ ਤੋਂ ਇਹ ਰਿਟਨ ਹੋਣਾ ਸ਼ੁਰੂ ਹੋ ਗਿਆ ਸੀਗਾ। ਔਰ ਉਸ ਤੋਂ ਪਿੱਛੋਂ, ਉਸ ਤੋਂ ਵੀ ਬੈਕ ਜਾਈਏ, ਜੇ ਆਪਾਂ ਐਂਸ਼ੀਅੰਟ ਇੰਡੀਆ ਦੇ ਵਿੱਚ ਦੇਖੀਏ ਤਾਂ ਜਿਹੜੀ ਮਨੂ ਸਮ੍ਰਿਤੀ ਹੈ ਉਹ ਵੀ ਤਾਂ ਇੱਕ ਕਾਨੂੰਨਾਂ ਦਾ ਜਿਹੜਾ ਹੈਗਾ ਸੰਗ੍ਰਹਿ ਸੀਗਾ। ਇਹ ਗੱਲ ਵੱਖਰੀ ਹੈ ਕਿ ਉਹਦੇ ਨਾਲ ਸੰਬੰਧਿਤ ਕੁਝ ਵਿਵਾਦ ਨੇ, ਪਰ ਉਹ ਸੀ ਇੱਕ ਕਾਨੂੰਨਾਂ ਦਾ ਸੰਗ੍ਰਹਿ ਇਕੱਠਾ ਕੀਤਾ ਹੋਇਆ।
ਇਸ ਤੋਂ ਬਿਨਾਂ ਹੋਰ ਵੀ ਜਿਹੜੀਆਂ ਹੈਗੀਆਂ ਸੰਹਿਤਾ ਜਿਨ੍ਹਾਂ ਨੂੰ ਬੋਲਦੇ ਆ, ਆਪਾਂ ਰਾਜਸਥਾਨ ਦੇ ਇਤਿਹਾਸ 'ਚ ਦੇਖ ਸਕਦੇ ਹਾਂ, ਜਾਂ ਇੰਡੀਆ ਦੇ ਇਤਿਹਾਸ 'ਚ ਦੇਖ ਸਕਦੇ ਹਾਂ। ਇੱਕ ਆਪਾਂ ਜੰਮੂ ਕਸ਼ਮੀਰ 'ਚ ਵੀ ਆਪਾਂ ਪੜ੍ਹਦੇ ਹੁੰਦੇ ਸੀਗੇ ਕਿ ਰਣਬੀਰ ਸੰਹਿਤਾ, ਇਸ ਤਰ੍ਹਾਂ ਦੀ ਕੁਛ। ਤਾਂ ਉਹ ਜਿਹੜੇ ਹੈਗੇ ਆ ਕੋਡ ਆਫ ਜਿਹੜੇ ਬਣੇ ਹੁੰਦੇ ਸੀਗੇ, ਉਹਨਾਂ ਦੇ ਵਿੱਚ ਕਾਨੂੰਨਾਂ ਦਾ ਜਿਹੜਾ ਹੈਗਾ, ਕਾਨੂੰਨ ਲਿਖੇ ਹੁੰਦੇ ਸੀ, ਔਰ ਕਾਨੂੰਨਾਂ ਦੀ ਵਿਆਖਿਆ ਕਰਨ ਦਾ ਅਧਿਕਾਰ ਹੈ ਜਿਹੜਾ ਉਹ ਤਾਂ ਕੋਰਟ ਨੂੰ ਹੀ ਹੁੰਦਾ ਹੈ। ਸੋ ਉਸ ਤੋਂ ਬਾਅਦ 'ਚ ਆਪਾਂ ਕਰਦੇ ਹਾਂ ਕਿ ਕੌਨਸਟੀਟਿਊਸ਼ਨਲਿਜ਼ਮ। ਇਹ ਜਿਹੜੀ ਕੌਨਸਟੀਟਿਊਸ਼ਨਲਿਜ਼ਮ ਹੈ ਨਾ, ਇਹ ਇੱਕ ਵਿਚਾਰਧਾਰਾ ਹੈਗੀ ਆ ਜਿਹਦੇ ਮੁੱਖ ਜਿਹੜੇ ਹੈਗੇ ਆ, ਆਪਾਂ ਕਹਿ ਲਈਏ ਵੀ ਵਿਸ਼ੇਸ਼ਤਾਵਾਂ ਕੀ ਨੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਉਹਦਾ ਸਭ ਤੋਂ ਪਹਿਲਾਂ ਪੁਆਇੰਟ ਤਾਂ ਇਹ ਹੈ ਕਿ ਹਜੇ ਆਪਾਂ ਥਿਊਰੀ ਕਰ ਰਹੇ ਹਾਂ ਕਿ ਉਹਦੇ 'ਚ ਸਭ ਤੋਂ ਪਹਿਲਾਂ ਕਿਸੇ ਵੀ ਪੋਲੀਟੀਕਲ ਸਿਸਟਮ ਦਾ ਜਿਹੜਾ ਸੰਚਾਲਨ ਹੈ ਜਾਂ ਪੋਲੀਟੀਕਲ ਸਿਸਟਮ ਨੂੰ ਚਲਾਉਣਾ ਹੈ, ਉਹਦੇ ਵਾਸਤੇ ਇੱਕ ਨਿਸ਼ਚਿਤ ਕਾਨੂੰਨ ਨਿਯਮ ਬਣੇ ਹੋਣੇ ਚਾਹੀਦੇ ਹੈ। ਔਰ ਸ਼ਕਤੀ ਜਿਹੜੀ ਹੈਗੀ ਹੈ, ਪਾਵਰ ਹੈ, ਉਹਦਾ ਡੀਸੈਂਟਰਲਾਈਜੇਸ਼ਨ ਹੋਣਾ ਚਾਹੀਦਾ ਹੈ। ਜੇ ਡੀਸੈਂਟਰਲਾਈਜੇਸ਼ਨ ਹੁੰਦਾ ਤਾਂ ਸਾਰੇ ਲੋਕਾਂ ਨੂੰ ਉਹਦੇ 'ਚ ਪਾਰਟੀਸਪੇਟ ਕਰਨ ਦਾ ਮੌਕਾ ਮਿਲਦਾ ਹੈ, ਔਰ ਕਿਤੇ ਨਾ ਕਿਤੇ ਡੈਮੋਕ੍ਰੇਸੀ ਜਿਹੜੀ ਹੈਗੀ ਹੈ ਉਹਨੂੰ ਵਧਾਵਾ ਮਿਲਦਾ ਹੈ। ਔਰ ਇਹਦੇ 'ਚ ਜਿਹੜੀ ਆਪਾਂ ਕੱਲ੍ਹ ਪੜ੍ਹਿਆ ਸੀਗਾ ਕਿ ਸੋਵਰੈਂਟੀ ਜਿਹੜੀ ਹੈਗੀ ਹੈ ਉਹ ਲੋਕਾਂ ਕੋਲ ਹੁੰਦੀ ਹੈ, ਕਿਉਂਕਿ ਆਪਣਾ ਡੈਮੋਕ੍ਰੈਟਿਕ ਤਰੀਕਾ ਆਪਾਂ ਅਪਣਾਇਆ ਹੈ, ਲੋਕਾਂ ਦਾ, ਲੋਕਾਂ ਲਈ, ਲੋਕਾਂ ਦੁਆਰਾ। ਤਾਂ ਲੋਕ ਜਦੋਂ ਆਪਦੇ ਰਿਪਰੈਜ਼ੈਂਟੇਟਿਵ ਚੁਣਦੇ ਨੇ, ਕਾਨੂੰਨ ਬਣਾਉਣ ਵਾਲੇ ਲੈਜਿਸਲੇਚਰ ਦੇ ਮੈਂਬਰ, ਚਾਹੇ ਉਹ ਵਿਧਾਨ ਸਭਾ ਹੈ, ਚਾਹੇ ਉਹ ਲੋਕ ਸਭਾ ਹੈ, ਪ੍ਰਤੱਖ ਰੂਪ ਵਿੱਚ, ਅਪ੍ਰਤੱਖ ਰੂਪ ਵਿੱਚ ਵਿਧਾਨ ਪਰਿਸ਼ਦ ਅਤੇ ਤੁਹਾਡਾ ਰਾਜ ਸਭਾ, ਤਾਂ ਉਹ ਜੇ ਚੁਣ ਕੇ ਭੇਜਦੇ ਤਾਂ ਇਹਨਾਂ ਦਾ ਮਤਲਬ ਇਹ ਹੋਇਆ ਕਿ ਜਿਹੜੀ ਸੰਪ੍ਰਭੂਤਾ ਹੈ ਉਹ ਜਨਤਾ ਕੋਲ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਸੰਵਿਧਾਨ ਦੇ ਵਿੱਚ ਕਾਨੂੰਨ ਬਣਾਏ ਜਾਣੇ ਚਾਹੀਦੇ ਹੈ। ਅਗਲੀ ਗੱਲ, ਕਾਨੂੰਨਾਂ ਦਾ ਨਿਰਮਾਣ ਹੈ ਜਿਹੜਾ ਜਨਤਾ ਦੀ ਸਹਿਮਤੀ ਦੁਆਰਾ ਹੋਣਾ ਚਾਹੀਦਾ। ਜੇ ਆਪਾਂ ਜਨਤਾ ਦੀ ਸਹਿਮਤੀ ਨਾਲ ਕਾਨੂੰਨ ਬਣਾਵਾਂਗੇ ਤਾਂ ਉਹ ਥੋੜ੍ਹਾ ਲੰਬਾ ਵੀ ਚੱਲਣਗੇ ਔਰ ਸਦੀਵੀ ਵੀ ਚੱਲਣਗੇ। ਜਿਹੜਾ ਜਨਤਾ ਨੂੰ ਪੁੱਛੇ ਬਿਨਾਂ ਇੱਕ ਕਾਨੂੰਨ ਬਣਾਇਆ, ਕਿਸਾਨਾਂ ਦੇ ਜਿਹੜੇ ਆਪਾਂ ਹੁਣ ਕਹਿ ਰਹੇ ਹਾਂ ਮੌਕੇ 'ਤੇ 3 ਬਿੱਲ, ਇਹ ਚੋਰੀਆਂ ਆਰਡੀਨੈਂਸ ਦੇ ਦੁਆਰਾ ਲਿਆਂਦੇ, ਫਿਰ ਜਿਹੜੇ ਹੈਗੇ ਆ ਪਾਰਲੀਮੈਂਟ 'ਚ ਪਾਸ ਕਰ ਦਿੱਤੇ ਗਏ, ਜਿਨ੍ਹਾਂ ਲਈ ਕਾਨੂੰਨ ਬਣਾਇਆ ਗਿਆ ਸੀਗਾ ਕਿਸਾਨਾਂ ਲਈ। ਕਿਸਾਨਾਂ ਨੂੰ ਤਾਂ ਪੁੱਛਿਆ ਤੱਕ ਨਹੀਂ, ਤਾਂ ਉਹਨਾਂ ਦੀ ਸਹਿਮਤੀ ਨਹੀਂ ਲਈ ਗਈ, ਜਿਸ ਦੇ ਕਰਕੇ ਤੁਸੀਂ ਦੇਖੋ ਕਿੰਨਾ ਲੰਬਾ ਔਰ ਤਕੜਾ ਸੰਘਰਸ਼ ਚੱਲ ਰਿਹਾ ਹੈ। ਇੰਟਰਨੈਸ਼ਨਲ ਲੈਵਲ 'ਤੇ ਜਿਹੜਾ ਮੀਡੀਆ ਨੂੰ ਕਵਰ ਕਰ ਰਿਹਾ, ਔਰ ਇੰਟਰਨੈਸ਼ਨਲ ਭਾਈਚਾਰਾ ਜਿਹੜਾ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਕਿ ਤੁਸੀਂ ਜਿਨ੍ਹਾਂ ਲਈ ਕਾਨੂੰਨ ਬਣਾਇਆ ਉਹਨਾਂ ਨੂੰ ਤੁਸੀਂ ਪੁੱਛਿਆ ਤੱਕ ਨਹੀਂ, ਉਹਨਾਂ ਨੂੰ ਪਸੰਦ ਨਹੀਂ ਹੈਗਾ, ਚਾਹੇ ਚੰਗਾ ਮਾੜਾ ਹੈ, ਜਦੋਂ ਉਹਨਾਂ ਨੂੰ ਪਸੰਦ ਹੀ ਨਹੀਂ ਹੈਗਾ ਤਾਂ ਇਹਨੂੰ ਰਿਪੀਲ ਕਰ ਲੈਣਾ ਚਾਹੀਦਾ। ਤਾਂ ਜਨਤਾ ਦੀ ਸਹਿਮਤੀ ਜ਼ਰੂਰੀ ਹੈ। ਅਗਲਾ, ਸ਼ਾਸਨ ਵਿਵਸਥਾ ਦੇ ਉਦੇਸ਼ਾਂ ਦੀ ਨਿਰਧਾਰਨ ਜਨਤਾ ਦੀ ਸਹਿਮਤੀ ਦੁਆਰਾ। ਸੀਮਿਤ ਸ਼ਾਸਨ ਹੋਣਾ ਚਾਹੀਦਾ, ਮਤਲਬ ਕਿ ਇਹ ਨਹੀਂ ਹੈ ਕਿ ਤੁਸੀਂ ਉਹਦੇ 'ਚ ਕਾਨੂੰਨ ਇਸ ਤਰ੍ਹਾਂ ਦੇ ਬਣਾ ਦਿਓ ਜਿਹਦੇ 'ਚ ਜਨਤਾ ਨੂੰ ਜਿਹੜਾ ਹੈਗਾ ਬੋਲਣ ਦਾ ਅਧਿਕਾਰ ਹੀ ਨਾ ਰਹੇ, ਉਹਨਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੀ ਨਾ ਰਹੇ। ਸੀਮਿਤ ਸ਼ਾਸਨ, ਜਿਵੇਂ ਮੋਦੀ ਸਾਹਿਬ ਕਹਿੰਦੇ ਆ ਕਿ ਮਿਨੀਮਮ ਗਵਰਨਮੈਂਟ ਅਤੇ ਮੈਕਸੀਮਮ ਗਵਰਨੈਂਸ, ਕੰਮ ਜ਼ਿਆਦਾ ਅਤੇ ਜਿਹੜੇ ਹੈਗੇ ਹੈ ਪਾਬੰਦੀਆਂ ਘੱਟ। ਔਰ ਇੱਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਕਿਸੇ ਦੇਸ਼ ਦੇ ਵਿੱਚ ਜੇ ਸੰਵਿਧਾਨ ਹੈਗਾ ਤਾਂ ਆਪਾਂ ਇਹ ਨਹੀਂ ਮੰਨ ਸਕਦੇ ਕਿ ਉਹ ਸੰਵਿਧਾਨਵਾਦੀ ਹੋ ਗਿਆ। ਆਪਾਂ ਦੇਖ ਸਕਦੇ ਹਾਂ ਕਿ ਚਾਈਨਾ ਦੇ ਵਿੱਚ ਸੰਵਿਧਾਨ ਹੈ, ਪਰ ਕੀ ਉੱਥੋਂ ਦਾ ਜਿਹੜਾ ਸਿਸਟਮ ਹੈ ਉਹ ਸੰਵਿਧਾਨ ਦੀ ਜਿਹੜੀ ਬੇਸਿਕ ਸਟਰਕਚਰ ਹੈਗੀ ਆ, ਜਿਸ ਕੰਮ ਵਾਸਤੇ ਸੰਵਿਧਾਨ ਬਣਾਇਆ ਜਾਂਦਾ ਉਸ ਦੇ ਅਨੁਸਾਰ ਚੱਲ ਰਿਹਾ? ਤਾਂ ਨਹੀਂ ਚੱਲ ਰਿਹਾ, ਕਿਉਂਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਖੋ ਉਹਦੇ 'ਚ ਅਮੈਂਡਮੈਂਟ ਕਰਕੇ ਅਤੇ ਸਾਰੀ ਉਮਰ ਲਈ ਆਪਣੇ ਆਪ ਨੂੰ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ। ਇਹ ਨਹੀਂ ਹੋ ਸਕਦਾ। ਇੱਕੋ ਹੀ ਵਿਅਕਤੀ ਜਿਹੜਾ ਹੈਗਾ ਲੰਬੇ ਸਮੇਂ ਲਈ ਜਾਂ ਸਾਰੀ ਉਮਰ ਵਾਸਤੇ ਰਾਸ਼ਟਰਪਤੀ ਜੇ ਬਣਦਾ ਤਾਂ ਇਹਨੂੰ ਡਿਕਟੇਟਰਸ਼ਿਪ ਕਹਿ ਸਕਦੇ ਹਾਂ, ਇਹਨੂੰ ਰਜਵਾੜਾਸ਼ਾਹੀ ਕਹਿ ਸਕਦੇ ਹਾਂ। ਇਹੋ ਜਿਹੇ ਤਾਂ ਪਹਿਲਾਂ ਆਪਣੇ ਰਿਆਸਤਾਂ 'ਚ ਚੱਲਦੇ ਹੀ ਰਹੇ ਸੀ, ਅਤੇ ਹੁਣ ਡੈਮੋਕ੍ਰੈਟਿਕ ਏਰਾ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਸਿਸਟਮ ਚੱਲਣਗੇ ਤਾਂ ਉਹ ਸੰਵਿਧਾਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਔਰ ਅਗਲੀ ਗੱਲ ਇਹ ਹੈ ਕਿ ਇੱਕ ਦੇਸ਼ ਬਿਨਾਂ ਸੰਵਿਧਾਨ ਤੋਂ ਵੀ ਸੰਵਿਧਾਨਵਾਦੀ ਹੋ ਸਕਦਾ, ਕਿ ਜਿਹੜੇ ਦੇਸ਼ ਦੇ ਵਿੱਚ ਲੋਕਾਂ ਨੂੰ ਪੁੱਛ ਕੇ ਫੈਸਲੇ ਲਏ ਜਾਂਦੇ ਹੈ, ਲੋਕਾਂ ਦੇ ਲੋਕ ਹੱਕੀ ਕਾਨੂੰਨ ਬਣਾਏ ਜਾਂਦੇ ਹੈ, ਭਾਵੇਂ ਉੱਥੇ ਕੌਨਸਟੀਟਿਊਸ਼ਨ ਨਹੀਂ ਹੈ, ਉਹ ਪ੍ਰਥਾਵਾਂ 'ਤੇ ਆਪਦੇ ਰੀਤੀ ਰਿਵਾਜ਼ਾਂ ਦੇ ਆਧਾਰ 'ਤੇ ਜੇ ਉਹ ਸ਼ਾਸਨ ਪ੍ਰਬੰਧ ਚਲਾ ਸਕਦੇ ਹੈ
ਜਾਂ ਚਲਾ ਰਹੇ ਹੈ ਤਾਂ ਉਹਨਾਂ ਨੂੰ ਵੀ ਆਪਾਂ ਸੰਵਿਧਾਨਵਾਦੀ ਦੇਸ਼ ਕਹਿ ਸਕਦੇ ਹਾਂ। ਸੋ ਇਹ ਬੇਸਿਕ ਕੌਨਸੈਪਟ ਸੀਗਾ ਸੰਵਿਧਾਨ ਦਾ। ਕਈ ਦੇਸ਼ਾਂ ਨੇ ਸੰਵਿਧਾਨ ਬਣਾਏ। ਸੰਵਿਧਾਨ ਦੀਆਂ ਕਿਸਮਾਂ ਜਿਹੜੀਆਂ ਹੈਗੀਆਂ, 2-3 ਕਿਸਮਾਂ ਆਪਾਂ ਕਰਦੇ ਹਾਂ। ਪਹਿਲਾ ਹੈਗਾ ਲਿਬਰਲ ਕੌਨਸਟੀਟਿਊਸ਼ਨਲਿਜ਼ਮ। ਲਿਬਰਲ ਕੌਨਸਟੀਟਿਊਸ਼ਨ ਦੇ ਵਿੱਚ ਮੈਂ ਤੁਹਾਨੂੰ ਲਿਖ ਦਿਆਂ, ਪਹਿਲਾਂ ਤੁਸੀਂ ਨੋਟ ਕਰ ਲੈਣਾ। ਲਿਬਰਲ। ਦੂਜਾ ਹੈਗਾ ਸਾਮਵਾਦੀ ਦੇਸ਼ਾਂ ਦੇ ਵਿੱਚ। ਸਾਮਵਾਦੀ ਕੌਨਸਟੀਟਿਊਸ਼ਨ, ਠੀਕ ਹੈ। ਹੁਣ ਆਪਾਂ ਇਹਦੇ ਪੜ੍ਹਦੇ ਹਾਂ। ਜਿਹੜੇ ਲਿਬਰਲ ਕੌਨਸਟੀਟਿਊਸ਼ਨ ਹੈ ਵੈਸਟਰਨ ਯੂਰਪ ਕੰਟਰੀਜ਼ ਦੇ ਵਿੱਚ ਹੈਗਾ। ਵੈਸਟਰਨ ਯੂਰਪ ਕੰਟਰੀਜ਼ ਦੇ ਵਿੱਚ ਲਿਬਰਲ ਕੌਨਸਟੀਟਿਊਸ਼ਨ ਹੈਗਾ। ਇਹਦੀ ਖਾਸੀਅਤ ਕੀ ਹੈ? ਇਹਦੇ 'ਚ ਸਭ ਤੋਂ ਪਹਿਲਾਂ ਤਾਂ ਰੂਲ ਆਫ ਲਾ ਹੁੰਦਾ, ਕਾਨੂੰਨ ਦਾ ਸ਼ਾਸਨ ਹੁੰਦਾ। ਲੋਕਾਂ ਨੂੰ ਫੰਡਾਮੈਂਟਲ ਰਾਈਟਸ ਦਿੱਤੇ ਜਾਂਦੇ ਹੈ ਤਾਂ ਜੋ ਵਿਅਕਤੀ ਹੈ ਜਿਹੜਾ ਜਾਂ ਲੋਕ ਨੇ, ਜਨਤਾ ਹੈ ਉੱਥੋਂ ਦੀ, ਆਪਦਾ ਸਰਵਪੱਖੀ ਵਿਕਾਸ ਕਰ ਸਕਣ। ਉਸ ਤੋਂ ਬਾਅਦ ਜਿਹੜੀ ਉੱਥੇ ਜੁਡੀਸ਼ਰੀ ਹੈ ਉਹ ਇੰਡੀਪੈਂਡੈਂਟ ਹੁੰਦੀ ਹੈ ਕਿ ਕੋਈ ਵੀ ਉਹਨਾਂ ਕੋਲ ਕੇਸ ਆਉਂਦਾ ਉਹ ਇੰਡੀਪੈਂਡੈਂਟਲੀ ਉਹਦਾ ਬਿਨਾਂ ਕਿਸੇ ਦਬਾਅ ਤੋਂ ਫੈਸਲੇ ਕਰਨ, ਜਿਸ ਕਰਕੇ ਆਮ ਲੋਕਾਂ ਨੂੰ ਜਿਹੜਾ ਹੈਗਾ ਉਹ ਰਾਹਤ ਮਿਲੇ, ਕੋਈ ਉਹਨਾਂ ਨਾਲ ਧੱਕਾ ਨਾ ਕਰੇ। ਦੂਜਾ, ਉਸ ਤੋਂ ਅਗਲਾ ਪੁਆਇੰਟ, ਡੈਮੋਕ੍ਰੈਟਿਕ ਗਵਰਨਮੈਂਟ ਹੋਣੀ ਚਾਹੀਦੀ ਹੈ ਉੱਥੇ, ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੋਣੀ ਚਾਹੀਦੀ ਹੈ। ਰੈਗੂਲਰ ਇਲੈਕਸ਼ਨਸ ਹੋਣੇ ਚਾਹੀਦੇ ਹੈ, ਜਿੱਦਾਂ ਕਿ ਆਪਣੇ ਸੰਵਿਧਾਨ 'ਚ ਲਿਖਿਆ ਕਿ 5 ਸਾਲਾਂ ਬਾਅਦ ਇਲੈਕਸ਼ਨ ਹੋਣੇ ਚਾਹੀਦੇ ਹੈ। ਇੰਗਲੈਂਡ ਦੇ ਵਿੱਚ ਵੀ ਲਿਖਿਆ ਕਿ 5 ਸਾਲਾਂ ਦੇ ਬਾਅਦ ਇਲੈਕਸ਼ਨ ਹੋਣੇ ਚਾਹੀਦੇ ਹੈ। ਅਮਰੀਕਾ ਦੇ ਸੰਵਿਧਾਨ 'ਚ ਲਿਖਿਆ ਕਿ ਰਾਸ਼ਟਰਪਤੀ ਦੀ ਚੋਣ ਹੈ ਜਿਹੜੀ 4 ਸਾਲਾਂ ਬਾਅਦ ਹੋਣੀ ਚਾਹੀਦੀ ਹੈ। ਔਰ ਉੱਥੇ ਜਿਹੜੇ 2 ਸਦਨ ਨੇ, ਹਾਊਸ ਆਫ ਕਾਮਨਸ ਅਤੇ ਸੈਨੇਟ, ਤਾਂ ਜਿਹੜਾ ਹਾਊਸ ਆਫ ਕਾਮਨਸ ਹੈ ਉੱਥੋਂ ਦੇ ਜਿਹੜੇ ਮੈਂਬਰਸ ਨੇ ਉਹਨਾਂ ਦੇ 2 ਸਾਲਾਂ ਲਈ ਹੁੰਦੇ ਨੇ ਇਲੈਕਸ਼ਨ, ਤਾਂ ਉਹ ਟਾਈਮ 'ਤੇ ਹੋ ਜਾਣ। ਜੇ ਟਾਈਮ 'ਤੇ ਨਹੀਂ ਹੁੰਦੇ ਤਾਂ ਆਪਣੇ ਕੋਲ ਇੱਕ ਐਗਜ਼ਾਮਪਲ ਹੈਗੀ ਹੈ, ਜਦੋਂ ਐਮਰਜੈਂਸੀ ਲੱਗੀ ਸੀ ਤਾਂ 1971 ਤੋਂ ਬਾਅਦ 1976 'ਚ ਇਲੈਕਸ਼ਨ ਹੋਣੇ ਸੀ, ਪਰ ਐਮਰਜੈਂਸੀ ਲਾਈ ਗਈ, ਉਹਦੇ ਵਿੱਚ ਵਧਾਇਆ ਗਿਆ ਸਾਲ, ਅਤੇ 1977 ਦੇ ਵਿੱਚ ਜਿਹੜਾ ਹੈਗਾ ਇਲੈਕਸ਼ਨ ਹੋਏ। ਔਰ ਜਿਹੜੀ ਮੌਜੂਦਾ ਸਰਕਾਰ ਸੀ ਉਹ ਰੈਗੂਲਰ ਇਲੈਕਸ਼ਨ ਦੇ ਖਿਲਾਫ ਚੱਲੀ ਤਾਂ ਉਹਨਾਂ ਨੂੰ ਜਿਹੜਾ ਹੈਗਾ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ। ਔਰ ਅਗਲਾ ਸਭ ਤੋਂ ਵੱਡਾ ਪੁਆਇੰਟ ਜਿਹੜਾ ਪ੍ਰੈਸ ਦੀ ਜਿਹੜੀ ਹੈਗੀ ਫਰੀਡਮ ਹੋਣੀ ਚਾਹੀਦੀ ਹੈ। ਜੇ ਪ੍ਰੈਸ ਸੁਤੰਤਰ ਨਹੀਂ ਹੈ ਤਾਂ, ਕਿਉਂਕਿ ਇਹਨੂੰ ਲੋਕਤੰਤਰ ਦਾ ਚੌਥਾ ਥੰਬ ਕਹਿੰਦੇ ਨੇ, ਜੇ ਇਹ ਸੁਤੰਤਰ ਨਹੀਂ ਹੈ ਤਾਂ ਉਹ ਬਾਇਸਡ ਹੋ ਕੇ, ਝੁਕਾਅਵਾਦੀ ਹੋ ਕੇ ਕਿਸੇ ਇੱਕ ਦੇ ਹੱਕ ਵਿੱਚ ਲਿਖਣਾ ਸ਼ੁਰੂ ਕਰ ਦਿੰਦੇ ਆ, ਤਾਂ ਲੋਕ ਉਹਨੂੰ ਪੜ੍ਹਦੇ ਹੈ। ਔਰ ਕਿਉਂਕਿ ਲੋਕ ਇੰਨੀ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਜਿੰਨੀ ਪੱਤਰਕਾਰ ਸੂਚਨਾ ਦੇ ਸਕਦੇ ਹੈ, ਤਾਂ ਉਹ ਲੋਕਾਂ ਨੂੰ ਮਿਸਗਾਈਡ ਵੀ ਕੀਤਾ ਜਾ ਸਕਦਾ ਜੇ ਉਹ ਸਹੀ ਨਹੀਂ ਬਣਾਉਂਦੇ ਤਾਂ। ਅਗਲਾ ਹੈਗਾ ਫਰੀਡਮ ਆਫ ਇੰਡੀਵਿਜੂਅਲ। ਲੋਕਾਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ। ਆਜ਼ਾਦੀ ਦਾ ਮਤਲਬ ਇਹ ਹੈ ਕਿ ਉਹ ਆਪਣਾ ਸਰਵਪੱਖੀ ਵਿਕਾਸ ਕਰ ਸਕਣ, ਪਰ ਇੰਨੀ ਵੀ ਆਜ਼ਾਦੀ ਦਾ ਉਹ ਪੱਖ ਨਹੀਂ ਦੇਖਣਾ ਹੈਗਾ ਕਿ ਜਿਵੇਂ ਇੱਕ ਵਿਦਵਾਨ ਨੇ ਐਗਜ਼ਾਮਪਲ ਦਿੱਤੀ ਹੈ ਕਿ ਤੁਹਾਨੂੰ ਰੱਸੀ ਘੁਮਾਉਣ ਦੀ ਆਗਿਆ ਹੈ, ਚਾਹੇ ਤੁਸੀਂ 10 ਫੁੱਟ ਲੰਬੀ ਘੁਮਾਓ, ਚਾਹੇ 20 ਫੁੱਟ ਲੰਬੀ ਘੁਮਾਓ, ਤੁਹਾਡੇ ਕੋਲ ਅਧਿਕਾਰ ਹੈ, ਤੁਹਾਨੂੰ ਸੁਤੰਤਰਤਾ ਰੱਸੀ ਘੁਮਾਉਣ ਦੀ, ਪਰ ਨਾਲ ਨਾਲ ਇੱਕ ਤੁਹਾਡੀ ਡਿਊਟੀ ਵੀ, ਉਹ ਕਿਸੇ ਦੇ ਮੂੰਹ 'ਤੇ ਨਹੀਂ ਵੱਜਣੀ ਚਾਹੀਦੀ। ਸੋ ਮੇਰੇ ਕਹਿਣ ਦਾ ਮਤਲਬ, ਤੁਸੀਂ ਸੁਤੰਤਰ ਹੋ, ਸੁਤੰਤਰਤਾ ਹੋਣੀ ਚਾਹੀਦੀ ਹੈ, ਉਸ ਹੱਦ ਤੱਕ ਹੋਣੀ ਚਾਹੀਦੀ ਹੈ ਜਦੋਂ ਤੱਕ ਦੂਜੇ ਦੀ ਸੁਤੰਤਰਤਾ ਭੰਗ ਨਾ ਹੋਵੇ। ਦੂਜੇ ਵਿਅਕਤੀ ਨੂੰ ਗਲੀ 'ਚ ਤੁਰੇ ਜਾਣ ਦਾ ਅਧਿਕਾਰ ਹੈ, ਤੁਹਾਨੂੰ ਵੀ ਤੁਰੇ ਜਾਣ ਦਾ ਅਧਿਕਾਰ ਹੈ। ਤੁਸੀਂ ਰੋਂਗ ਸਾਈਡ ਗੱਡੀ ਚਲਾਓਗੇ ਤਾਂ ਐਕਸੀਡੈਂਟ ਹੋਊਗਾ। ਸੋ ਫਰੀਡਮ ਆਫ ਇੰਡੀਵਿਜੂਅਲ ਹੋਣੀ ਚਾਹੀਦੀ ਹੈ, ਬਟ ਲਿਮਿਟੇਸ਼ਨਸ ਕਿਹੜੀਆਂ ਹੈਗੀਆਂ ਉਹ ਆਪਾਂ ਆਪ ਦੇਖਣੀਆਂ। ਅੱਗੇ ਇਕੁਐਲਿਟੀ ਹੋਣੀ ਚਾਹੀਦੀ ਹੈ। ਇਕੁਐਲਿਟੀ 3 ਤਰ੍ਹਾਂ ਦੀ ਹੁੰਦੀ ਹੈ, ਸਮਾਜਿਕ ਤੌਰ 'ਤੇ, ਆਰਥਿਕ ਤੌਰ 'ਤੇ, ਔਰ ਜਿਹੜੀ ਹੈਗੀ ਹੈ ਮੌਕਿਆਂ ਦੀ ਸਮਾਨਤਾ ਹੋਣੀ ਚਾਹੀਦੀ ਹੈ। ਅੱਗੇ ਆ ਗਿਆ ਜਸਟਿਸ, ਨਿਆਂ ਵੀ ਹੋਣਾ ਚਾਹੀਦਾ। ਤਾਂ ਇਹ ਜਿਹੜੇ ਹੈਗੇ ਹੈ ਬੇਸਿਕ ਫੀਚਰਸ ਹੋਣੇ ਚਾਹੀਦੇ ਹੈ ਲਿਬਰਲ ਜਿਹੜਾ ਕੌਨਸਟੀਟਿਊਸ਼ਨ ਹੈ ਉਹਦੇ। ਅੱਗੇ ਆ ਗਿਆ ਸਾਮਵਾਦੀ ਦੇਸ਼ਾਂ ਦੇ ਵਿੱਚ ਜਿਹੜਾ ਕੌਨਸਟੀਟਿਊਸ਼ਨ ਹੁੰਦਾ ਉਹ ਸਿਰਫ ਨਿਆਂ ਅਤੇ ਸਮਾਨਤਾ 'ਤੇ ਜਿਹੜਾ ਹੈਗਾ ਬਲ ਦਿੰਦੇ ਆ। ਉਹ ਕਹਿੰਦੇ ਹੈ ਵੀ ਜਿੱਥੇ ਆਰਥਿਕ ਅਤੇ ਸਮਾਜਿਕ ਨਿਆਂ ਹੋਵੇ, ਨੰਬਰ 1 'ਤੇ ਆਰਥਿਕ, ਦੂਜੇ ਨੰਬਰ 'ਤੇ ਸਮਾਜਿਕ ਨਿਆਂ ਹੋਵੇ,
ਜਾਂ ਆਰਥਿਕ ਸਮਾਨਤਾ ਹੋਵੇ, ਉੱਥੇ ਜਿਹੜਾ ਹੈਗਾ ਆਪਾਂ ਸੰਵਿਧਾਨਵਾਦ ਕਹਿ ਸਕਦੇ ਹਾਂ, ਉਹਨੂੰ ਸੰਵਿਧਾਨ ਕਹਿ ਸਕਦੇ ਹਾਂ। ਤਾਂ ਆਰਥਿਕ ਤੋਂ ਭਾਵ ਅਮੀਰ ਬਹੁਤੇ ਜ਼ਿਆਦਾ ਅਮੀਰ ਨਾ ਹੋਣ, ਗਰੀਬ ਬਹੁਤੇ ਜ਼ਿਆਦਾ ਗਰੀਬ ਨਾ ਹੋਣ। ਸਮਾਜਿਕ ਨਿਆਂ ਦਾ ਮਤਲਬ ਇਹ ਹੁੰਦਾ ਹੈ ਕਿ ਧਰਮ ਜਾਤ ਦੇ ਆਧਾਰ 'ਤੇ ਕਿਸੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ। ਧਰਮ, ਜਾਤ, ਨਸਲ, ਲਿੰਗ ਦੇ ਆਧਾਰ 'ਤੇ, ਕਿ ਉਹ ਮਹਿਲਾ ਪੁਰਸ਼ ਹੈ, ਉੱਚੀ ਜਾਤ, ਨੀਵੀਂ ਜਾਤ, ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਫਿਰ ਇਹ ਬੇਸਿਕ ਜਿਹੜੀ ਹੈਗੀ ਅਜ਼ੰਪਸ਼ਨ ਹੈਗੀ ਹੈ। ਜੇ ਇਸ ਤਰ੍ਹਾਂ ਦਾ ਹੈਗਾ, ਇਹ ਬਿਮਾਰੀਆਂ ਹੈਗੀਆਂ ਨੇ, ਤਾਂ ਉੱਥੇ ਕੌਨਸਟੀਟਿਊਸ਼ਨਲਿਜ਼ਮ ਨਹੀਂ ਗਿਣਿਆ ਜਾਂਦਾ। ਇੱਕ ਹੋਰ ਹੈ, ਵਿਕਾਸਸ਼ੀਲ ਦੇਸ਼ਾਂ ਦੇ ਅਨੁਸਾਰ, ਇੱਕ ਕਾਰਲ ਲੋਇਨਸਟਾਈਨ ਵਿਦਵਾਨ ਹੋਏ, ਉਹਨਾਂ ਨੇ ਇਹ ਕਿਹਾ ਕਿ ਵਿਕਾਸਸ਼ੀਲ ਸਮਾਜਾਂ ਦੀ ਕਾਨੂੰਨੀ ਸਥਿਤੀ ਦਾ ਨਿਰੂਪਣ ਕਰਨ ਲਈ ਜੋ ਨੋਰਮੈਟਿਵ ਜਾਂ ਪੈਮਾਨਾ ਸੰਵਿਧਾਨ ਅਤੇ ਸੰਕੇਤਿਕ ਸੰਵਿਧਾਨ ਵਿਚਕਾਰ ਅੰਤਰ ਕੀਤਾ ਗਿਆ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਡਿਵੈਲਪਿੰਗ ਕੰਟਰੀ ਹੈਗੀ ਹੈ, ਜਿਹੜੇ ਹਜੇ ਡਿਵੈਲਪ ਨਹੀਂ ਹੋਏ, ਉੱਥੇ ਕਾਨੂੰਨ ਤਾਂ ਬਹੁਤ ਵਧੀਆ ਵਧੀਆ ਲਿਖੇ ਗਏ ਹੈ, ਪਰ ਜਦੋਂ ਗਰਾਊਂਡ ਲੈਵਲ 'ਤੇ ਆਪਾਂ ਦੇਖਦੇ ਹਾਂ ਤਾਂ ਉਹ ਕਾਨੂੰਨ ਜਿਹੜੇ ਹੈਗੇ ਐਗਜ਼ਿਸਟ ਹੀ ਨਹੀਂ ਕਰਦੇ, ਔਰ ਜਨਤਾ ਨੂੰ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਇਸ ਤਰ੍ਹਾਂ ਦੀ ਜਿਹੜੇ ਹੈਗੇ ਹੈ, ਆਪਣਾ ਦੇਸ਼ ਵੀ ਇਸ ਤਰ੍ਹਾਂ ਦੇ ਕੈਟੇਗਰੀ ਦੇ ਵਿੱਚ ਆ ਜਾਂਦਾ ਹੈ ਕਈ ਵਾਰ, ਕਿ ਕਾਨੂੰਨ ਤਾਂ ਬਹੁਤ ਬਣੇ ਹੋਏ ਹੈ, ਪਰ ਜਦੋਂ ਲਾਗੂ ਹੋਣ ਦੀ ਗੱਲ ਆਉਂਦੀ ਹੈ, ਉਦੋਂ ਕਿਤੇ ਨਾ ਕਿਤੇ ਵਿਰੋਧ ਹੋ ਜਾਂਦਾ। ਜਿਵੇਂ ਆਪਣੇ ਮੂਲ ਅਧਿਕਾਰਾਂ ਦੇ ਵਿੱਚ ਹੀ ਲਿਖਿਆ ਗਿਆ ਕਿ ਸਭ ਨੂੰ ਸਮਾਨਤਾ ਦਾ ਅਧਿਕਾਰ ਹੈ, ਪੂਜਾ ਕਰਨ ਦਾ ਅਧਿਕਾਰ ਹੈ, ਆਪਣੇ ਹਿਸਾਬ ਨਾਲ ਪਾਠ ਕਰਨ ਦਾ ਅਧਿਕਾਰ ਹੈ। ਤਾਂ ਜਿਹੜਾ ਸਬਰੀਮਾਲਾ ਦੇ ਵਿੱਚ ਮੰਦਿਰ ਹੈ, ਉਹਦੇ 'ਚ ਤਾਂ ਸੁਪਰੀਮ ਕੋਰਟ ਨੇ ਕਹਿ ਵੀ ਦਿੱਤਾ ਕਿ ਲੇਡੀਜ਼ ਦੀ ਜਿਹੜੀ ਹੈਗੀ ਐਂਟਰੀ ਹੋਣੀ ਚਾਹੀਦੀ ਹੈ ਉੱਥੇ, ਪਰ ਉੱਥੇ ਅਜੇ ਤੱਕ ਵੀ ਐਂਟਰ ਨਹੀਂ ਹੋਣ ਦਿੱਤਾ ਗਿਆ ਸੁਪਰੀਮ ਕੋਰਟ ਦੇ ਆਰਡਰ ਦੇ ਬਾਵਜੂਦ ਵੀ। ਇੰਨੀਆਂ ਸਾਡੀਆਂ ਕਰੜੀਆਂ ਜਿਹੜੀਆਂ ਹੈ ਰੀਤੀ ਰਿਵਾਜ, ਪਰੰਪਰਾਵਾਂ ਵਗੈਰਾ ਹੈਗੀਆਂ, ਤਾਂ ਉਹ ਇੱਕ ਕਿਤੇ ਨਾ ਕਿਤੇ ਮਤਲਬ ਕਿ ਧੱਬਾ ਜਿਹੜਾ ਹੈਗਾ ਲੱਗ ਜਾਂਦਾ। ਸੋ ਇਹ ਆਪਾਂ ਜਿਹੜੀ ਹੈਗੀ ਸੰਵਿਧਾਨ ਦੀ ਆਪਾਂ ਹਿਸਟਰੀ ਪੜ੍ਹੀ ਹੈ, ਉਹਦਾ ਮੀਨਿੰਗ ਪੜ੍ਹਿਆ ਹੈ, ਔਰ ਉਹਦੀ ਕਿਉਂ ਲੋੜ ਹੁੰਦੀ ਹੈ, ਉਹਦੀਆਂ ਕੈਟੇਗਰੀਆਂ ਕਿਹੜੀਆਂ ਕਿਹੜੀਆਂ ਹੁੰਦੀਆਂ, ਉਹ ਆਪਾਂ ਪੜ੍ਹੀਆਂ। ਹੁਣ ਆਪਾਂ ਇੰਡੀਆ ਵਾਲੇ ਪਾਸੇ ਆਉਂਦੇ ਹਾਂ ਕਿ ਕਿਵੇਂ ਕਿਵੇਂ ਜਿਹੜਾ ਹੈਗਾ ਇੰਡੀਆ ਦੇ ਵਿੱਚ ਸੰਵਿਧਾਨ ਬਣਿਆ। ਇੱਥੇ ਆਪਾਂ ਕੌਨਸਟੀਟਿਊਸ਼ਨਲ ਹਿਸਟਰੀ ਆਫ ਇੰਡੀਆ ਦੇ ਵਿੱਚ ਆਪਾਂ ਗੱਲ ਕਰਾਂਗੇ। ਕੌਨਸਟੀਟਿਊਸ਼ਨਲ ਹਿਸਟਰੀ ਆਫ ਇੰਡੀਆ। ਹੁਣ ਥੋੜ੍ਹਾ ਜਿਹਾ ਆਪਾਂ ਇਹਦੇ ਇਤਿਹਾਸ 'ਚ ਜੇ ਜਾਈਏ ਤਾਂ ਇਹ ਦੇਖਦੇ ਹਾਂ ਕਿ ਈਸਟ ਇੰਡੀਆ ਕੰਪਨੀ ਜਿਹੜੀ ਹੈਗੀ ਹੈ, ਉਹ ਸੰਨ 1600 ਦੇ ਵਿੱਚ ਇੰਡੀਆ 'ਚ ਆ ਚੁੱਕੀ ਸੀਗੀ। 1600 ਈਸਵੀ 'ਚ ਆਈ ਤਾਂ ਉਹ ਵਪਾਰ ਕਰਨ ਸੀ, ਪਰ ਉਹਨਾਂ ਨੇ ਇੱਥੇ ਦੇਖਿਆ ਕਿ ਭਾਰਤ ਦੇ ਵਿੱਚ ਜਿਹੜੀ ਪੋਲੀਟੀਕਲ ਵੀਕਨੈਸ ਹੈ, ਉਹ ਆਪਦੀ ਪੀਕ ਪੁਆਇੰਟ 'ਤੇ, ਦੇਸੀ ਰਿਆਸਤਾਂ ਹੀ ਆਪਸ ਦੇ ਵਿੱਚ ਲੜੀ ਜਾ ਰਹੇ ਸੀਗੇ ਬਿਨਾਂ ਮਤਲਬ ਤੋਂ। ਕੋਈ ਆਪਦੀ ਮੁੱਛ ਪਿੱਛੇ ਲੜ ਰਿਹਾ ਸੀ, ਕੋਈ ਆਪਦੀ ਟੌਹਰ ਪਿੱਛੇ ਲੜ ਰਿਹਾ ਸੀ, ਕੋਈ ਬਿਨਾਂ ਮਤਲਬ ਹੀ ਇੱਕ ਦੂਜੇ 'ਤੇ ਕਬਜ਼ੇ ਕਰ ਰਹੇ ਸੀ। ਮਤਲਬ ਇੰਡੀਆ ਅਕੋਰਡਿੰਗ ਟੂ ਜਿਹੜਾ ਹੈਗਾ ਸੰਵਿਧਾਨ ਜਦੋਂ ਬਣਿਆ ਜਾਂ ਇੰਡੀਆ ਦਾ ਯੂਨੀਫਿਕੇਸ਼ਨ ਹੋਇਆ, ਤਾਂ 562 ਜਾਂ 565 ਰਿਆਸਤਾਂ ਜਿਹੜੀਆਂ ਉਹ ਸੀਗੀਆਂ। ਤਾਂ ਇੰਡੀਆ ਦਾ ਇੰਨੇ ਭਾਗਾਂ 'ਚ ਵੰਡੇ ਹੋਣਾ ਅੰਗਰੇਜ਼ਾਂ ਨੂੰ ਇਹ ਲੱਗਦਾ ਸੀ ਕਿ ਸਾਡੇ ਲਈ ਬੜਾ ਇਹ ਮੌਕਾ ਹੈਗਾ, ਕਿਉਂਕਿ ਉਹ ਇੰਡੀਆ ਦਾ ਉਹਨਾਂ ਨੇ ਭੇਤ ਪਾ ਲਿਆ। ਉਸ ਤੋਂ ਬਾਅਦ 'ਚ ਉਹਨਾਂ ਨੇ ਟਰਾਈ ਕੀਤਾ ਕਿ ਇਹਨਾਂ ਦੀ ਫੁੱਟ ਪਵਾ ਕੇ ਆਪਾਂ ਕਿਵੇਂ ਇੱਥੇ ਰਾਜ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਪਲਾਸੀ ਦੀ ਲੜਾਈ ਜਿਹੜੀ ਹੈਗੀ ਲੜੀ ਗਈ ਸੰਨ 1757 ਦੇ ਵਿੱਚ। ਸਿਰਾਜੂਦੌਲਾ ਨਾਲ ਲੜਾਈ ਲੜੀ, ਔਰ ਆਪਦੀ ਜਿਹੜੀ ਬੇਸਿਕ ਉਹਨਾਂ ਦੀ ਪਾਲਿਸੀ ਸੀਗੀ ਫੁੱਟ ਪਾਓ ਅਤੇ ਰਾਜ ਕਰੋ। ਉਸ ਦੇ ਜਿਹੜੇ ਸੈਨਾਪਤੀ ਨੂੰ ਹੈ ਉਹ ਖਰੀਦ ਲਿਆ, ਮੀਰ ਜਾਫਰ ਨੂੰ। ਔਰ ਯੁੱਧ ਦੇ ਵਿੱਚ ਅੰਗਰੇਜ਼ਾਂ ਦੇ ਸੈਨਿਕ ਤਾਂ ਬਹੁਤ ਥੋੜ੍ਹੇ ਸੀਗੇ, ਔਰ ਨਵਾਬ ਜਿਹੜਾ ਸੀਗਾ ਸਿਰਾਜੂਦੌਲਾ, ਉਹਦੀ ਸੈਨਾ ਬਹੁਤ ਜ਼ਿਆਦਾ ਸੀਗੀ। ਪਰ ਮੀਰ ਜਾਫਰ ਐਨ ਮੌਕੇ ਗਦਾਰੀ ਕਰ ਗਿਆ, ਜਿਸ ਕਰਕੇ ਸਿਰਾਜੂਦੌਲਾ ਹਾਰ ਗਿਆ। ਔਰ ਉਸ ਤੋਂ ਬਾਅਦ ਮੀਰ ਜਾਫਰ ਨੂੰ ਬੰਗਾਲ ਦਾ ਜਿਹੜਾ ਹੈਗਾ ਗਵਰਨਰ ਬਣਾ ਤਾ, ਔਰ ਫਿਰ ਉਹਦੇ ਨਾਲ ਵੀ ਜਿਹੜਾ ਹੈਗਾ ਠੀਕ ਵਿਵਹਾਰ ਨਹੀਂ ਕੀਤਾ। ਇਸ ਤਰ੍ਹਾਂ ਕਰਦੇ ਕਰਦੇ ਇਹ ਹਿਸਟਰੀ ਦਾ ਵਿਸ਼ਾ ਹੈਗਾ, ਉਹਦੇ ਵਿੱਚ ਇੰਡੀਅਨ ਨੈਸ਼ਨਲ ਮੂਵਮੈਂਟ ਦੇ ਵਿੱਚ ਤੁਹਾਨੂੰ ਕਰਾ ਦਿੱਤਾ ਜਾਊਗਾ। ਬਕਸਰ ਦਾ ਜਿਹੜਾ ਯੁੱਧ ਹੋਇਆ, ਬਕਸਰ ਦੇ ਯੁੱਧ ਦੇ ਵਿੱਚ ਵੀ ਜਿਹੜਾ ਹੈਗਾ ਇੰਡੀਅਨਸ ਲੋਕਾਂ ਦੀ ਕਮਜ਼ੋਰੀ ਕਰਕੇ ਜਾਂ ਇਹਨਾਂ ਦੀ ਫੁੱਟ ਕਰਕੇ ਅੰਗਰੇਜ਼ ਜਿਹੜੇ ਜੇਤੂ ਰਹੇ। ਸੋ ਇਹ ਦੋ ਕਾਰਨ, ਜਦੋਂ ਦੋ ਇਹਨਾਂ ਨੇ ਯੁੱਧ ਜਿੱਤ ਲਏ ਤਾਂ ਇਹਨਾਂ ਦੇ ਪੈਰ ਜੰਮ ਗਏ। ਤਾਂ ਕਿਸੇ ਵੀ ਪੇਪਰ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੱਕ ਪੇਪਰ ਜਿਹੜੇ ਆਪਣੇ ਐਗਜ਼ਾਮ ਹੋ ਰਹੇ ਨੇ, ਉਹਨਾਂ ਦੇ ਵਿੱਚ ਇਹ ਕੁਐਸਚਨ ਆਉਂਦਾ ਹੈ ਕਿ ਅੰਗਰੇਜ਼ਾਂ ਦੇ ਜਿਹੜੇ ਪੈਰ
ਕਦੋਂ ਇੰਡੀਆ ਦੇ ਵਿੱਚ ਜੰਮ ਗਏ ਜਾਂ ਅੰਗਰੇਜ਼ਾਂ ਦੀਆਂ ਜੜ੍ਹਾਂ ਇੰਡੀਆ ਦੇ ਵਿੱਚ ਕਦੋਂ ਲੱਗੀਆਂ। ਤਾਂ ਉੱਥੇ ਆਪਸ਼ਨਸ ਆਉਂਦੀਆਂ ਨੇ ਕਿ ਪਲਾਸੀ ਦੀ ਲੜਾਈ, ਬਕਸਰ ਦੀ ਲੜਾਈ, ਇਹ ਦੋ ਇਕੱਠੇ ਹੀ ਲਿਖੇ ਹੋਣਗੇ ਜਾਂ ਇਹਨਾਂ 'ਚੋਂ ਇੱਕ ਲਿਖਿਆ ਹੋਏਗਾ, ਜਾਂ 1857 ਦਾ ਵਿਦਰੋਹ ਜਾਂ ਕੋਈ ਹੋਰ ਲਿਖ ਦਿੱਤੇ ਜਾਣਗੇ। ਤਾਂ ਤੁਸੀਂ ਉਹਦੇ 'ਚ ਜਿਹੜਾ ਪਲਾਸੀ ਦੀ ਲੜਾਈ ਹੈ 1757, ਬਕਸਰ ਦੀ ਲੜਾਈ ਹੈ 1764, ਤਾਂ ਤੁਸੀਂ ਉਹਨੂੰ ਜਿਹੜਾ ਹੈਗਾ ਟਿਕ ਕਰਨਾ ਹੈਗਾ। ਔਰ ਉਸੇ ਸਮੇਂ ਇਹਨਾਂ ਨੇ ਇੱਕ ਤੁਰੰਤ ਬਾਅਦ ਜਿਹੜਾ ਬੰਗਾਲ ਹੈਗਾ, ਬੰਗਾਲ 'ਤੇ ਇਹਨਾਂ ਦਾ ਅਧਿਕਾਰ ਹੋ ਗਿਆ ਸੀ। ਹੁਣ ਬੰਗਾਲ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇਹ ਹੁਣ ਵਾਲਾ ਬੰਗਾਲ ਨਹੀਂ ਹੈ ਕਿ ਇਕੱਲਾ ਵੈਸਟ ਬੰਗਾਲ ਸੀ ਜਾਂ ਬੰਗਲਾਦੇਸ਼ ਦਾ ਥੋੜ੍ਹਾ ਜਿਹਾ ਪਾਰਟ ਸੀਗਾ। ਇਹ ਨੋਟ ਕਰਨ ਵਾਲੀ ਚੀਜ਼ ਹੈ, ਮੈਂ ਤੁਹਾਨੂੰ ਨੋਟ ਕਰਵਾ ਦਿੰਦਾ ਕਿ ਉਸ ਸਮੇਂ ਦੇ ਬੰਗਾਲ ਵਿੱਚ ਵੈਸਟ ਬੰਗਾਲ ਜਿਹੜਾ ਇੰਡੀਆ ਦਾ ਪਾਰਟ ਹੈ, ਵੈਸਟ ਬੰਗਾਲ, ਬੰਗਲਾਦੇਸ਼, ਔਰ ਉੜੀਸਾ, ਜਿਹਨੂੰ ਆਪਾਂ ਓਡੀਸ਼ਾ, ਨਵਾਂ ਨਾਮ ਓਡੀਸ਼ਾ ਕਹਿੰਦੇ ਹਾਂ, ਔਰ ਬਿਹਾਰ ਵੀ ਸ਼ਾਮਿਲ ਸੀ। ਬਿਹਾਰ ਐਡਾ ਵੱਡਾ ਬੰਗਾਲ ਹੁੰਦਾ ਸੀਗਾ। ਤਾਂ ਉਹਦਾ ਜਿਹੜਾ ਹੈਗਾ ਉਹਨੂੰ ਰੈਗੂਲੇਟ ਕਰਨ ਵਾਸਤੇ, ਗਵਰਨਰ ਜਿਹੜਾ ਹੈਗਾ ਬਣਾਉਣ ਵਾਸਤੇ ਸਰਕਾਰ ਨੇ ਇੱਕ ਐਕਟ ਪਾਸ ਕੀਤਾ ਜਿਹਨੂੰ ਰੈਗੂਲੇਟਿੰਗ ਐਕਟ, ਤਾਂ 1773 ਦੇ ਵਿੱਚ ਇੱਕ ਰੈਗੂਲੇਟਿੰਗ ਐਕਟ ਜਿਹੜਾ ਹੈਗਾ ਪਾਸ ਕੀਤਾ। ਉਹਦਾ ਮੇਨ ਕਾਰਨ ਇਹ ਸੀਗਾ ਕਿ ਇੰਗਲੈਂਡ ਦੇ ਲੋਕ ਇਹ ਦੇਖ ਰਹੇ ਸੀ ਕਿ ਜੋ ਵੀ ਈਸਟ ਇੰਡੀਆ ਕੰਪਨੀ ਦੇ ਵਿੱਚ ਚਾਹੇ ਕੋਈ ਕਲਰਕੀ ਕੰਮ ਕਰਕੇ ਆਉਂਦਾ ਹੈ ਤਾਂ ਉਹ ਆ ਕੇ ਐਡਾ ਅਮੀਰ ਹੋ ਜਾਂਦਾ ਹੈ ਕਿ ਉੱਥੋਂ ਦੇ ਏ ਕਲਾਸ ਆਫੀਸਰ ਕੋਲ ਇੰਨੀ ਇਨਕਮ ਨਹੀਂ ਹੁੰਦੀ, ਔਰ ਇੰਡੀਆ ਦੇ ਵਿੱਚੋਂ ਜਿਹੜਾ ਈਸਟ ਇੰਡੀਆ ਕੰਪਨੀ ਦਾ ਇੰਪਲੋਈ ਜਾਂਦਾ ਸੀ ਉੱਥੇ ਜਾ ਕੇ ਕੋਠੀਆਂ ਜਾਂ ਉਦਯੋਗ ਧੰਦੇ ਸਥਾਪਿਤ ਕਰ ਲੈਂਦਾ ਸੀਗਾ। ਤਾਂ ਉੱਥੇ ਕਿਤੇ ਨਾ ਕਿਤੇ ਰੌਲਾ ਪਿਆ ਕਿ ਇਹ ਕਰਪਸ਼ਨ ਕਰਦੇ ਨੇ ਉੱਥੇ ਜਾ ਕੇ, ਔਰ ਕਰਦੇ ਵੀ ਸੀਗੇ ਕਿਉਂਕਿ ਹੌਲੀ ਹੌਲੀ ਇਹੀ ਰਾਜੇ ਸੀਗੇ, ਔਰ ਜਿਹੜੇ ਆਫੀਸਰ ਸੀਗੇ ਪੂਰੇ ਡਿਕਟੇਟਰ ਸੀਗੇ, ਜਵਾਬਦੇਹੀ ਕੋਈ ਬਹੁਤੀ ਨਹੀਂ ਸੀਗੀ। ਸੋ ਇਸ ਕਰਕੇ ਜਿਹੜੀ ਇਹਨਾਂ ਨੂੰ ਇਹ ਕਾਨੂੰਨ ਬਣਾਉਣਾ ਪਿਆ, ਔਰ ਇਹ ਜਿਹੜੇ ਕਾਨੂੰਨ ਬਣੇ ਔਰ ਉਹਨਾਂ ਦੇ ਅੰਡਰ ਕੀ ਕੀ ਪ੍ਰੋਵੀਜ਼ਨਸ ਕੀਤੇ ਗਏ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਪੜ੍ਹਦੇ ਹਾਂ, ਕਿਉਂਕਿ ਇਸ ਵੀਡੀਓ ਦੇ ਵਿੱਚ ਬੇਸਿਕ ਜਾਣਕਾਰੀ ਦੇਣੀ ਜ਼ਰੂਰੀ ਸੀ। ਜੇ ਆਪਾਂ ਬੇਸਿਕ ਜਾਣਕਾਰੀ ਆਪਾਂ ਨਹੀਂ ਪੜ੍ਹਦੇ ਹਾਂ ਤਾਂ ਸਿੱਧਾ ਕੌਨਸਟੀਟਿਊਸ਼ਨ ਨੂੰ ਜੇ ਆਪਾਂ ਰੱਟਾ ਲਾਉਣ ਦੀ ਕੋਸ਼ਿਸ਼ ਕਰੀਏ ਤਾਂ ਇਹੋ ਜਿਹਾ ਸਬਜੈਕਟ ਹੈ, ਇਹ ਰੱਟੇ ਨਾਲ ਨਾ ਤਾਂ ਕਦੇ ਕਿਸੇ ਨੂੰ ਸਮਝ ਆਇਆ ਨਾ ਹੀ ਆਉਣਾ। ਔਰ ਜੇ ਕਿਤੇ ਮਾੜਾ ਮੋਟਾ ਰੱਟਾਫਿਕੇਸ਼ਨ ਨਾਲ ਕੋਈ ਵੀ ਸਟੂਡੈਂਟ ਇਹਨੂੰ ਲਾ ਵੀ ਲੈਂਦਾ ਰੱਟਾ, ਤਾਂ ਇਹਦਾ ਕਨਸੈਪਟ ਨਹੀਂ ਸਮਝ ਆਉਂਦਾ। ਤਾਂ ਹੁਣ ਆਪਾਂ ਪਿੱਛੇ ਪੜ੍ਹਿਆ ਕਿ ਕੌਨਸਟੀਟਿਊਸ਼ਨਲਿਜ਼ਮ ਕਦੋਂ ਸ਼ੁਰੂ ਹੋਇਆ, ਕਦੋਂ ਕਦੋਂ ਕੌਨਸਟੀਟਿਊਸ਼ਨ ਜਿਹੜਾ ਹੈਗਾ ਬਣਨਾ ਸ਼ੁਰੂ ਹੋਇਆ, ਔਰ ਇਹ ਕਿੰਨੇ ਤਰ੍ਹਾਂ ਦਾ ਹੋਇਆ ਹੈਗਾ, ਡਿਵੈਲਪਡ ਹੈ, ਅਨਰਿਟਨ ਹੈ, ਰਿਟਨ ਹੈ। ਫਿਰ ਕੌਨਸਟੀਟਿਊਸ਼ਨ ਜਿਹੜਾ ਹੈਗਾ ਉਹਦੀ ਵਿਸ਼ੇਸ਼ਤਾਵਾਂ ਕੀ ਹੋਣੀਆਂ ਚਾਹੀਦੀਆਂ ਉਹ ਪੜ੍ਹੀਆਂ ਆਪਾਂ। ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਇਹਦੀਆਂ ਕਿਸਮਾਂ ਪੜ੍ਹੀਆਂ, ਲਿਬਰਲ ਕੌਨਸਟੀਟਿਊਸ਼ਨ ਆ ਗਿਆ ਜਾਂ ਸਾਮਵਾਦੀ ਦੇਸ਼ਾਂ ਦੇ ਵਿੱਚ ਆ ਗਿਆ, ਜਾਂ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਕਿਹੜੇ ਕਿਹੜੇ ਮਤਲਬ ਕੀ ਤਰ੍ਹਾਂ ਦਾ ਕੌਨਸਟੀਟਿਊਸ਼ਨ ਹੁੰਦਾ ਹੈ। ਔਰ ਉਸ ਤੋਂ ਬਾਅਦ ਆਪਾਂ ਇੰਡੀਆ ਦੀ ਜਿਹੜੀ ਹੈਗੀ ਹੈ ਕੌਨਸਟੀਟਿਊਸ਼ਨਲ ਹਿਸਟਰੀ ਦੀ ਸ਼ੁਰੂਆਤ ਕੀਤੀ। ਔਰ ਹੁਣ ਜਿਹੜਾ ਆਪਾਂ ਪਰਟੀਕੂਲਰਲੀ 1 ਬਾਏ 1 ਜਿਹੜਾ ਹੈਗਾ ਰੈਗੂਲੇਟਿੰਗ ਐਕਟ 1773 ਤੋਂ ਬਾਅਦ ਕਿਵੇਂ ਕਿਵੇਂ ਜਿਹੜੇ ਹੈਗੇ ਹੈ ਐਕਟ ਬਣੇ, ਕਿਉਂ ਬਣੇ, ਉਹਨਾਂ ਦੀ ਕੀ ਜ਼ਰੂਰਤ ਸੀਗੀ, ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਦੇ ਹਾਂ। ਉਹ ਜਿਹੜੇ ਹੈਗੇ ਆ ਤੁਸੀਂ ਆ ਦੇਖ ਸਕਦੇ ਹੋ, ਇਹ ਪੜ੍ਹਾਂਗੇ ਆਪਾਂ। ਰੈਗੂਲੇਟਿੰਗ ਐਕਟ 1773 ਪੜ੍ਹਾਂਗੇ, ਪਿਟਸ ਇੰਡੀਆ ਐਕਟ ਪੜ੍ਹਾਂਗੇ, ਚਾਰਟਰ ਐਕਟ ਪੜ੍ਹਾਂਗੇ 1813 ਦਾ, ਫਿਰ 1833 ਦਾ, ਫਿਰ ਚਾਰਟਰ ਐਕਟ ਜਿਹੜਾ ਲਾਸਟ ਸੀ ਉਹ 1853 'ਚ ਸੀਗਾ, ਤਾਂ ਉਹ ਸਾਰੇ ਪੜ੍ਹਾਂਗੇ। ਸੋ ਆਪਣਾ ਜਿਹੜਾ ਇਹ ਲਗਾਤਾਰ ਚੱਲਦਾ ਰਹੂਗਾ। ਤਾਂ ਤੁਸੀਂ ਇਹਦੇ 'ਚ ਐਪ ਇੰਸਟਾਲ ਕਰ ਲੈਣਾ, ਜਿਹੜਾ ਉਹਦੀ ਤੁਹਾਨੂੰ ਸਟੇਟਸ ਲਗਾ ਦਿਆਂਗੇ, ਜਾਂ ਇਹਦੀ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਜਿਹੜਾ ਐਪ ਦੀ ਤੁਹਾਨੂੰ ID ਦੇ ਦਿਆਂਗੇ। ਔਰ ਇਹ ਜਿਹੜਾ ਚੈਨਲ ਹੈ ਇਹਨੂੰ ਜੇ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਕਰੋਗੇ, ਕਿਉਂਕਿ ਸਾਨੂੰ ਮੋਟੀਵੇਸ਼ਨ ਇਸੇ ਦੇ ਥਰੂ ਮਿਲਦਾ ਹੈ।
ਵੱਧ ਤੋਂ ਵੱਧ ਸਬਸਕ੍ਰਾਈਬ ਤੁਸੀਂ ਕਰਨਾ ਹੈ, ਕਰਾਉਣਾ ਹੈ, ਲਾਈਕ ਕਰਨਾ ਹੈ, ਕਮੈਂਟਸ ਕਰਨੇ ਨੇ, ਤਾਂ ਉਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲੂਗਾ। ਔਰ ਮੇਰੀ ਕੋਸ਼ਿਸ਼ ਰਹੂਗੀ ਕਿ ਹੋਰ ਵੀ ਵਧੀਆ ਫੈਕਟਸ ਜਿਹੜੇ ਹੈਗੇ ਆ ਬਿਲਕੁਲ ਐਗਜ਼ਾਮ ਓਰੀਐਂਟਡ ਉਹ ਤੁਹਾਡੇ ਸਾਹਮਣੇ ਲਿਆਂਦੇ ਜਾਣ। ਤੁਹਾਡਾ ਬਹੁਤ ਬਹੁਤ ਧੰਨਵਾਦ।